अस्सलाम वालेकुम जी, मैं हकीम लश्कर मादी हूँ और आपको अपने चैनल पे खुश आमदीद कहता हूँ। तो ये आज एक बच्चा मेरे पास लेके आए और वालिदैन से बात करते हैं कि क्या मसला है बच्चे को। भैया दसो जी क्या मसला है बच्चे को, की ਇਹ ਬਈ तकलीफ है? ਮੇਰਾ ਹੈ ਪੋਤਾ। ਤੁਹਾਡਾ ਪੋਤਰਾ ਹੈ? ਜੀ ਜੀ। ਅੱਛਾ ਜੀ। ਇਹ ਨਾ ਲਾਹੌਰ 'ਚ ਪੈਦਾ ਹੋਇਆ ਸੀ ਤੇ ਪੈਦਾ ਨਾਰਮਲ ਹੋਇਆ ਹੀ ਕਿ ਨਹੀਂ ਆਪਰੇਸ਼ਨ ਨਾਰਮਲ ਹੋਇਆ ਸੀ। ਅੱਛਾ, ਇਹ ਇਹ ਨਾ ਸਿਰ ਤੇ ਕੀ ਹੋਇਆ ਹਾਂ ਪਿੱਛੇ? ਇਹ ਕੋਈ ਵਾਲ ਇਹ ਨਾ ਪੈਦਾ ਹੋਇਆ ਨਾ ਤੇ 20 ਦਿਨ 21 ਦਿਨ ਹਸਪਤਾਲ 'ਚ ਪੇਸ਼ ਅੱਛਾ, ਕਿਉਂ? ਇਹਨੂੰ ਆਕਸੀਜਨ ਪੈਦਾ ਹੋਇਆ ਤਾਂ ਰੋਣਾ ਹੈ ਕਿ ਨਹੀਂ? ਨਹੀਂ ਆਈ। ਰੋਣਾ ਹੀ ਆਈ। ਹਾਂ ਇਹ ਕੋਈ ਕਦੀ ਝਟਕੇ ਝੁਟਕੇ ਲੱਗੇ ਕੋਈ ਹੋਣ, ਝਟਕੇ ਦੌਰੇ ਝੁਟਕੇ ਪਿਆ ਹੋਵੇ? ਕੋਈ ਦੌਰੇ ਦੂਰੇ ਨਹੀਂ। ਇਹ ਇਤਨੀ ਫਿਰ ਉਮਰ ਕਿਤਨੀ ਹੋ ਗਈ ਹੈ? ਇਸ ਦੀ ਉਮਰ ਤਕਰੀਬਨ ਹੋ ਗਈ ਹੈ 3 ਸਾਲ 3.5 3 ਸਾਲ। ਹਾਂ ਆਪਣੇ ਆਪ ਬੰਦਾ ਹੈ, ਆਪਣੇ ਆਪ ਬਾਂਦਾ ਹੈ ਤੇ ਇਹ ਇਸ ਤਰੀਕੇ ਪੈਰ ਪਿੱਛੇ ਕਰਕੇ ਚੱਲਦਾ ਹੈ। ਚੱਲਦਾ ਹੀ ਕੋਈ ਨਹੀਂ। ਇਹਦੇ ਜ਼ਰਾ ਮੂੰਹ ਮੇਰੇ ਤੇ ਕਰੋ, ਚਾਹੀਏ ਮੈਂ ਪਿਆ ਰਵੇ। ਅੱਛਾ, ਹੋਰ ਕੀ ਬਸ ਮਸਲਾ ਹੈ? ਕਦੇ ਕਦੇ ਅੰਮੀ ਅੱਬੂ ਹਸਪਤਾਲ ਬੋਲਦੇ। ਦਾਖਲ ਰਹਿ ਗਿਆ ਵਤ? ਫਿਰ ਉਸ ਤੋਂ ਬਾਅਦ ਅਸਾਂ ਉਸ ਹਸਪਤਾਲ 'ਚ ਬੜੇ ਚੈੱਕਅਪ ਕਰਾਏ ਨੇ, ਅੱਛਾ ਕੋਈ ਨਹੀਂ ਸਹੀ ਹੈ। ਠੀਕ ਹੈ, ਸਹੀ ਕੋਈ ਨਹੀਂ ਹੋਇਆ। ਹਾਂ ਇਹ ਹੁਣ ਇਹਨੂੰ ਮਸਲਾ ਕੀ ਕਿਹਦਾ ਦੱਸੋ ਮੈਨੂੰ? ਮਜ਼ਹੂਬੀਅਤ ਦਾ ਸ਼ਿਕਾਰ ਹੈ। ਵੇਖੋ ਯਾਨੀ ਕਿ ਚੱਲਦਾ ਚੁੱਲਦਾ ਕੋਈ ਨਹੀਂ ਸਹੀ ਤਰੀਕੇ ਦੇ ਨਾਲ? ਨਹੀਂ ਚੱਲਦਾ। ਅੱਗੇ ਕਰਿਆ ਜ਼ਰਾ। ਅੱਛਾ, ਚੱਲਦਾ ਚੁੱਲਦਾ ਠੀਕ ਕੋਈ ਨਹੀਂ? ਨਹੀਂ ਚੱਲਦਾ। ਛੋਟਾ ਪਿਸ਼ਾਬ ਦਿਨ ਚ ਕਿਤਨੀ ਦਫਾ ਕਰਦਾ ਹੈ, ਕਿਸ ਰੰਗ ਦਾ ਕਰਦਾ ਹੈ? ਬਿਲਕੁਲ ਠੀਕ ਹੈ, ਸਾਰਾ ਕੁਝ ਹੀ ਠੀਕ ਹੈ, ਨਾ ਕੋਈ ਕਬਜ਼ ਨਾ ਕੁਛ। ਕਬਜ਼ ਵੀ ਕੋਈ ਨਹੀਂ? ਕੋਈ ਨਹੀਂ। ਅੱਛਾ, ਇਹਨੂੰ ਗਰਮੀ ਲੱਗਦੀ ਹੈ, ਪਸੀਨਾ ਆਂਦਾ ਹੈ? ਪਸੀਨਾ ਵੀ ਆਂਦਾ ਹੈ, ਗਰਮੀ ਪਸੀਨਾ ਆਂਦਾ ਹੈ। ਆਂਦਾ ਹੈ। ਮਸਲਾ ਇਹ ਕਿ ਜਦ ਬੱਚਾ ਪੈਦਾ ਹੋਇਆ ਤੇ ਰੋਇਆ ਕੋਈ ਨਹੀਂ, ਫਿਰ ਹਸਪਤਾਲ ਦਾਖਲ ਰਹਿ ਗਿਆ। ਇਹਦੇ ਸਿਰ ਦੇ ਉੱਤੇ ਜ਼ਖਮ ਸੀ, ਦਾਣਾ ਸੀ, ਕਿਹੜੀ ਸ਼ੈ ਸੀ? ਕੋਈ ਸ਼ੈ ਨਹੀਂ ਸੀ, ਇਹ ਜਿਹੜਾ ਬਿਲਕੁਲ ਜ਼ਖਮ ਜਿਹਾ ਠੀਕ ਬੁਖਾਰ ਇਹ ਹੈ। ਅੱਲਾ ਜਾਣੇ ਇਹ ਹਸਪਤਾਲ 'ਚ ਜਦੋਂ ਅਸੀਂ ਲੈ ਕੇ ਆਏ ਨਾ, ਅੱਛਾ, ਉਦੋਂ ਤੁਸੀਂ ਵੇਖਿਆ? 22 ਦਿਨਾਂ ਬਾਅਦ। ਇੱਕ ਜਦੋਂ ਬੱਚਾ ਪੈਦਾ ਹੋਇਆ ਤੁਹਾਨੂੰ ਬੱਚਾ ਨਹੀਂ ਦਿੱਤਾ ਹੈਗਾ, ਨਹੀਂ ਸਿੱਧਾ ਹਸਪਤਾਲ ਦਾਖਲ ਕਰਾ ਦਿੱਤਾ ਹੈ। ਦਾਖਲ। ਇਹ ਜਿਹੜੇ ਬੱਚੇ ਹੁੰਦੇ ਆ ਨਾ, ਅਕਸਰ ਬੱਚੇ ਪੈਦਾ ਹੁੰਦੇ ਤੇ ਰੋਂਦੇ ਨਹੀਂ ਹੈ। ਇਹਨਾਂ ਨੂੰ ਆਕਸੀਜਨ ਦਾ ਮਸਲਾ ਬਣਦਾ ਹੈ, ਦਿਮਾਗ ਵੱਲ ਆਕਸੀਜਨ ਸਹੀ ਤਰੀਕੇ ਨਾਲ ਪਹੁੰਚਦੀ ਨਹੀਂ ਹੈ ਤੇ ਬੱਚੇ ਨੀਲੇ ਪੀਲੇ ਹੋ ਜਾਂਦੇ ਨੇ। ਫਿਰ ਫੌਰਨ ਡਾਕਟਰ ਨਾ ਆਕਸੀਜਨ ਨਾਲ ਭੇਜਦੇ ਨੇ ਕਿ ਇਹਨੂੰ ਆਕਸੀਜਨ ਲਗਵਾ ਲਓ, ਸ਼ੀਸ਼ੇ ਵਿੱਚ ਰਖਵਾ ਦੇ ਜਾ ਕੇ। ਉਹਦੇ ਵਿੱਚ ਵੀ ਕੁਝ ਅਰਸਾ ਰਹਿਣ ਦੇ ਨਾਲ ਬੱਚੇ ਕਦੇ ਬਿਹਤਰ ਹੋ ਜਾਂਦੇ ਨੇ। ਜਦੋਂ ਬੱਚੇ ਪੈਦਾ ਹੁੰਦੇ ਤੇ ਰੋਂਦੇ ਨਹੀਂ ਹੈ, ਉਹਨਾਂ ਦੇ ਦਿਮਾਗ ਦੀ ਸਹੀ ਤਰੀਕੇ ਨਾਲ ਗਰੋਥ ਨਹੀਂ ਹੁੰਦੀ, ਕਿਉਂਕਿ ਦਿਮਾਗ ਵੱਲ ਆਕਸੀਜਨ ਨਹੀਂ ਪਹੁੰਚਦੀ ਤੇ ਉਹ ਬੱਚੇ ਦੂਸਰੇ ਬੱਚਿਆਂ ਦੀ ਨਿਸਬਤ ਪਿੱਛੇ ਹੀ ਰਹਿੰਦੇ ਨੇ। ਬਹਿਣਾ, ਉੱਠਣਾ, ਚੱਲਣਾ, ਗੱਲਾਂ ਕਰਨੀਆਂ, ਖਾਣਾ ਖਾਣਾ, ਲੰਮਾ ਵੀ ਹੋਵੇ ਨਾ ਤਾਂ ਇਹ ਇੱਥੋਂ ਆਪਣੇ ਆਪ ਨੂੰ ਪਕੜ ਕੇ ਇੰਜ ਸਿੱਧਾ ਹੋਣਾ। ਹਾਂ, ਖੁਦ ਬ ਖੁਦ ਠੀਕ ਨਹੀਂ ਹੈ, ਉੱਠਦੇ ਖੜ ਨਹੀਂ ਸਕਦਾ ਹੈਗਾ। ਅੱਛਾ, ਖੜਾ ਹੁੰਦਾ ਹੈ? ਖੜਾ ਕਰੋ ਜਰਾ ਇਹਨੂੰ। ਇਹ ਬਸ ਇਹ ਵੇਖੋ ਇਸ ਤਰ੍ਹਾਂ ਇਹਦੇ ਬੱਚੇ ਨਾਲ ਮਾਰੇ ਪੈਰ ਵੇਖ। ਇੱਥੇ ਜ਼ਰਾ ਬੱਚੇ ਨੂੰ ਕਰਨਾ, ਜ਼ਰਾ ਇੱਥੇ ਖੜਾ ਕਰਨਾ ਜ਼ਰਾ। ਆ ਬਸ बच्चे का पाँव दिखाया, एड़ियां उठा के चलता है। चलता चले किथे चलदा ही नहीं। एड़ियां दिखा खाने, पैर थले पाँव नीचे नहीं लगाता है, बिल्कुल भी पाँव नीचे नहीं लगाता। सही है, अकड़ाव है बहुत ज्यादा। अच्छा, कोई चीज फाद के भी चलता कोई नहीं? नहीं है नहीं, कुछ पकड़ के भी नहीं चलता है? नहीं फाड़े तो। ये बच्चा सीपी चाइल्ड है। इस बच्चे की पैदाइशी तौर पर ब्रेन की सही नशोनुमा ग्रोथ नहीं है। ये अक्सर बच्चे होते हैं जो कि दिमाग की ग्रोथ की वजह से ना इनका जो चलना फिरना, बातें करना, खाना खाना, खाना निकलना, इनमें परेशानी दुश्वारी हो सकती है। डॉक्टर को बैठ। अब ये बच्चा खड़ा होता है तो इसकी जो है पाँव से जमीन पे नहीं लगते, अपनी एड़ियाँ उठा लेता है, क्योंकि बच्चे के जी टांगों के पिछले पट्टे हैं, इनमें शदीद अकड़ाव है। तो ये बच्चे उसी वक्त ठीक होते हैं जब इन बच्चों की सही तरीके से वर्जिश होती है। तो इनकी फिजियोथेरेपी होती है, फिर साथ हम मेडिसिन खिलाते हैं जिससे ब्रेन की अच्छी नशोनुमा ग्रोथ होती है। तो ये बच्चे अल्लाह की मेहरबानी से 4 से 6 माह में मुफ्त के तौर पर आहिस्ता आहिस्ता बेहतर हो जाते हैं और ठीक हो जाते हैं। ऐसे सीपी चाइल्ड बच्चे जिनका दिमाग छोटा हो या उम्र से पीछे हो, जिन बच्चों को एपिलेप्सी का मसला हो या सोकड़े का मसला हो, बच्चे जिस्मानी तौर पर बहुत ज़्यादा कमज़ोर हों, या ऐसे बच्चे जो अपनी गर्दन नहीं से संभालते, देर बाद संभालते हैं, तो उनका जो इलाज है हमारे पास बहुत ही मुजरब इलाज मौजूद है। अगर आपके यहाँ कोई ऐसे बच्चे हैं तो हमें खिदमत का मौका दें, लेके आए जी, अल्लाह पाक सेहत देगा। बच्चों के लिए ना आप कोई भी मतलब कि जूते वगैरह बना देते हैं वो, जिससे बच्चों के वजूद में कुछ थोड़ा बहुत अकड़ाव कम होता है। हम कहते हैं कि जितनी आप फिजियोथेरेपी बच्चे की करवाते हैं, असल होते हैं कि फिजियोथेरेपी जितनी दवाई ज़रूरी है उससे ज़्यादा ज़रूरी है बच्चे की फिजियोथेरेपी। बच्चे की वर्जिश करवाएं, घर में ही करवा लिया करें।
अगर आपको पता नहीं किस तरह वर्जिश करवानी है तो आप यूट्यूब के ऊपर लिखें जी बच्चे की वर्जिश किस तरह करवानी है, सीपी चाइल्ड फिजियोथेरेपी, या ये लिखें जी बच्चे जो पैदाइशी ज़बर मजबूर होते हैं उनकी फिजियोथेरेपी किस तरह करवानी चाहिए, वो आपको काफ़ी सारी वीडियो मिल जाती हैं। तो वैसे आप ना बच्चों की फिजियोथेरेपी करवा सकती हैं घर में ही। तो अल्लाह पाक सेहत देगा, जिस बच्चे का इलाज शुरू करेंगे फिर आपको बता भी देंगे।